आज हम इस बहन की गवाही को देखते हैं कि कैसे प्रभु यीशु मसीह ने इन्हें छूकर चंगा किया और चलने की सामर्थ दी। तो आइए देखते हैं इनकी अद्भुत गवाही को। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਪੂਜਾ ਵਾ, ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ। ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ। 25 ਅਗਸਤ 2022 ਦੀ ਗੱਲ ਆ। ਰਾਤ ਦੇ ਟਾਈਮ ਅਸੀਂ ਮਤਲਬ ਆਟੋ ਦੇ ਛੋਟਾ ਹਾਥੀ ਆਟੋ ਹੁੰਦਾ ਨਾ ਜਿਹੜਾ, ਉਹਦੇ ਵਿੱਚ ਵਾਪਸ ਆ ਰਹੇ ਸੀ ਤੇ ਮਤਲਬ ਜਿਹੜੇ ਗੱਡੀ ਚਲਾ ਰਹੇ ਸੀ ਨਾ ਉਹਨਾਂ ਨੂੰ ਨਾ ਚੋਕ ਲੱਗ ਗਈ ਤੇ ਸਾਡੀ ਗੱਡੀ ਜਾ ਕੇ ਪੱਥਰ ਨਾਲ ਟਕਰਾ ਗਈ ਤੇ ਮਤਲਬ ਐਕਸੀਡੈਂਟ ਹੋ ਗਿਆ। ਤੇ ਉਹਦੇ ਵਿੱਚ ਮੈਨੂੰ ਇੱਕਦਮ ਮੈਂ ਬੁੜਕ ਕੇ ਵੱਜੀ ਤੇ ਗੱਡੀ ਦੇ ਨਾਲ ਹੀ ਮੇਰੀ ਲੱਤ ਵੱਜੀ ਤੇ ਮੈਨੂੰ ਕੋ ਉੱਠਿਆ ਨਾ ਜਾਵੇ। ਮੇਰੇ ਹਸਬੈਂਡ ਵੀ ਨਾਲ ਸੀ, ਉਹਨਾਂ ਨੇ ਫਿਰ ਮੈਨੂੰ ਗੱਡੀ ਚੋਂ ਬਾਹਰ ਕੱਢਿਆ ਬੜੀ ਮੁਸ਼ਕਲ ਨਾਲ। ਤੇ ਉਹਨਾਂ ਮੈਨੂੰ ਕਿਹਾ ਕਿ ਤੂੰ ਆਪਣੀ ਲੱਤ ਤੇ ਭਾਰ ਪਾ ਕੇ ਦੇਖ, ਪਰ ਮੇਰੇ ਕੋ ਭਾਰ ਨਹੀਂ ਸੀ ਪੈਂਦਾ ਲੱਤ ਤੇ ਬਾਅਦ ਵਿੱਚ ਮੈਨੂੰ ਹਸਪੀਟਲ ਖੜਿਆ ਗਿਆ। ਸਾਡੇ ਨਾਲ ਹੋਰ ਵੀ ਕਾਫੀ ਫੈਮਿਲੀ ਸੀ ਤੇ ਉਹਨਾਂ ਦੇ ਵੀ ਸਾਰਿਆਂ ਦੇ ਬਹੁਤ ਸੱਟਾਂ ਲੱਗੀਆਂ। ਤੇ ਜਦੋਂ ਮੈਨੂੰ ਡਾਕਟਰ ਤੇ ਖੜਿਆ ਤੇ ਡਾਕਟਰ ਨੇ ਕਿਹਾ ਕਿ ਮਤਲਬ ਐਕਸਰਾ ਕਰਨਾ ਪਏਗਾ। ਐਕਸਰਾ ਕੀਤਾ, ਮੇਰੀ 2 ਜਗ੍ਹਾ ਤੋਂ ਫ੍ਰੈਕਚਰ ਆਈ। ਤੇ ਜਦੋਂ ਦੁਬਾਰਾ ਮੈਂ ਉਹਨਾਂ ਨੇ ਕਿਹਾ ਵੀ ਇੱਕ ਹੋਰ ਡਾਕਟਰ ਨੂੰ ਇੱਕ ਵਾਰੀ ਐਕਸਰਾ ਦਿਖਾਣਾ ਵਾ ਤੇ ਬਾਅਦ ਵਿੱਚ ਉੱਥੇ ਹਸਪੀਟਲ 'ਚ ਖੜਿਆ ਤੇ ਮੈਨੂੰ ਕਹਿੰਦੇ ਸੀ ਅੰਦਰ ਚਲੋ। ਮੈਂ ਅੰਦਰ ਜਾਣ ਦੀ ਮੇਰੀ ਕੰਡੀਸ਼ਨ ਨਹੀਂ ਹੈਗੀ। ਉਹ ਡਾਕਟਰ ਮੈਨੂੰ ਬਾਹਰ ਦੇਖਣ ਆਏ ਸੀਗੇ ਤੇ ਡਾਕਟਰ ਜਦੋਂ ਮੈਨੂੰ ਬਾਹਰ ਦੇਖਣ ਆਏ ਤੇ ਉਹਨਾਂ ਨੇ ਵੀ ਦੱਸਿਆ ਕਿ 2 ਜਗ੍ਹਾ ਤੋਂ ਹੱਡੀ ਫ੍ਰੈਕਚਰ ਹੋ ਚੁੱਕੀ ਆ ਤੇ ਇਹਨਾਂ ਦੇ ਖਿੱਚਾਂ ਪਾਣੀਆਂ ਪੈਣਗੀਆਂ। ਜਦੋਂ ਮੈਨੂੰ ਡਾਕਟਰ ਨੇ ਕਿਹਾ ਕਿ ਤੁਹਾਡੇ ਖਿੱਚ ਲਗਾਣੀ ਪਏਗੀ ਤੇ ਮੈਂ ਇੱਕਦਮ ਡਰ ਗਈ ਕਿ ਕਿਉਂਕਿ ਮੇਰੀ ਜਿਹੜੀ ਸਾਸੂ ਮਾਂ ਸੀ ਨਾ, ਉਹਨਾਂ ਦੀ ਵੀ ਚੂਲਾ ਟੁੱਟਾ ਸੀ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਖਿੱਚ ਲਗਾਉਂਦੇ ਹੁੰਦੇ ਮੇਰੇ ਸਾਹਮਣੇ ਤੇ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਹੁੰਦਾ। ਉਹਨਾਂ ਦੀ ਲੱਤ ਨੂੰ ਖਿੱਚ ਕੇ ਥੱਲੇ ਨੂੰ ਲਮਕਾ ਕੇ ਇੱਟ ਲਾ ਕੇ ਖਿੱਚ ਪਾਉਂਦੇ ਸੀ ਤੇ ਮੈਂ ਇਸ ਚੀਜ਼ ਤੋਂ ਡਰ ਗਈ ਸੀ ਬੜੀ ਤੇ ਮੈਂ ਖਿੱਚ ਨਹੀਂ ਪਵਾਣੀ ਤੇ ਮੈਂ ਬਾਅਦ ਵਿੱਚ ਬਿਲਕੁਲ ਬੈੱਡ ਤੇ ਹੋ ਗਈ। ਮੈਨੂੰ ਡਾਕਟਰ ਨੇ ਕਿਹਾ ਕਿ ਤੁਹਾਨੂੰ 6 ਮਹੀਨੇ ਰੈਸਟ ਕਰਨੀ ਪੈਣੀ ਆ ਤੇ ਉਸ ਤੁਸੀਂ ਮਤਲਬ ਬਿਲਕੁਲ ਚੱਲ ਫਿਰ ਨਹੀਂ ਸਕਦੇ। ਮਤਲਬ ਘਰ ਦੇ ਵਿੱਚ ਅਸੀਂ ਤੇ ਜੀ ਹਾਂ, ਮੈਂ ਤੇ ਮੇਰੇ ਹਸਬੈਂਡ ਤੇ ਮੇਰੀ ਬੇਟੀ ਸੀ। ਮੈਂ ਹੀ ਘਰ ਨੂੰ ਸੰਭਾਲਦੀ ਸਾਂ ਤੇ ਮੈਂ ਹੀ ਬੈੱਡ ਤੇ ਪੈ ਗਈ। ਫਿਰ ਮੈਂ ਆਪਣੇ ਮਤਲਬ ਰਿਲੇਟਿਵ ਨੂੰ ਬੁਲਾਇਆ ਤੇ ਉਹਨਾਂ ਨੇ ਮਤਲਬ ਸਾਡਾ ਘਰ ਸੰਭਾਲਿਆ, ਮੈਨੂੰ ਸੰਭਾਲਿਆ ਤੇ ਬੜੀ ਪਰੇਸ਼ਾਨੀ ਦਿੱਕਤ ਵੀ ਹੁੰਦੀ। ਕਿਸੇ ਵੇਲੇ ਉਹਨਾਂ ਦੇ ਵੀ ਬੱਚੇ ਛੋਟੇ, ਉਹਨਾਂ ਨੂੰ ਘਰ ਜਾਣਾ ਪੈਂਦਾ ਸੀ। ਫਿਰ ਮੇਰੇ ਹਸਬੈਂਡ ਆਪੇ ਕੰਮ ਕਰਦੇ ਸੀ। ਕਈ ਵਾਰੀ ਮੈਨੂੰ ਬੜਾ ਦੁੱਖ ਲੱਗਦਾ ਹੁੰਦਾ, ਉਹਨਾਂ ਨੇ ਕਿਚਨ 'ਚ ਬਰਤਨ ਸਾਫ਼ ਕਰਦੇ ਹੋਣਾ, ਕਦੇ ਖਾਣਾ ਬਣਾਉਂਦੇ ਹੋਣਾ ਤੇ ਮੈਨੂੰ ਬੜਾ ਇਸ ਚੀਜ਼ ਦਾ ਅਫਸੋਸ ਹੁੰਦਾ ਸੀ ਕਿ ਮੈਂ ਉੱਠਾਂ ਫਟਾਫਟ ਠੀਕ ਹੋਵਾਂ ਤੇ ਮੈਂ ਆਪੇ ਸਾਰੇ ਕੰਮ ਕਰਾਂ। ਮੇਰੀ ਬੇਟੀ ਮਤਲਬ ਛੋਟੀ ਆ, 6 ਇਅਰ ਦੀ ਹੀ ਤੇ ਮਤਲਬ ਉਹ ਖੁਦ ਆਪਣਾ ਕੰਮ ਨਹੀਂ ਸੀ ਕਰ ਸਕਦੀ, ਨਹਾ ਨਹੀਂ ਸਕਦੀ, ਆਪਣਾ ਸਿਰ ਨਹੀਂ ਸੀ ਵਾਹ ਸਕਦੀ, ਆਪਣੇ ਕੱਪੜੇ ਨਹੀਂ ਸੀ ਚੇਂਜ ਕਰ ਸਕਦੀ ਤੇ ਕਈ ਵਾਰੀ ਉਹਦੇ ਇਸ ਤਰ੍ਹਾਂ ਵਾਲ ਖਿਲਰੇ ਰਹਿਣੇ ਤੇ ਮੈਨੂੰ ਬੜੀ ਪਰੇਸ਼ਾਨੀ ਹੋਣੀ ਕਿ ਕਿਸ ਤਰ੍ਹਾਂ ਮੈਂ ਇਹਨੂੰ ਇੰਨੇ ਵਧੀਆ ਤਰੀਕੇ ਨਾਲ ਰੱਖਦੀ ਸਾਂ ਤੇ ਹੁਣ ਮੈਂ ਖੁਦ ਬੈੱਡ ਤੇ ਚਲੀ ਗਈ ਆ ਤੇ ਮੇਰੀ ਬੱਚੀ ਨੂੰ ਕੌਣ ਦੇਖੇਗਾ। ਮੇਰੀ ਬੱਚੀ ਵੀ ਬੜੀ ਦੁਖੀ ਹੁੰਦੀ ਸੀ ਕਿ ਮੇਰੀ ਮੰਮਾ ਉੱਠਦੇ ਨਹੀਂ। ਉਹ ਮੈਨੂੰ ਹਰ ਵੇਲੇ ਇੱਕੋ ਗੱਲ ਕਹਿੰਦੀ ਸੀ, ਮੰਮਾ ਤੁਸੀਂ ਕਿਦੋਂ ਤੁਰੋਗੇ, ਮੰਮਾ ਤੁਸੀਂ ਕਿਦੋਂ ਉੱਠੋਗੇ। ਉਹਨੇ 3 ਦਿਨ ਮੇਰੀ ਬੇਟੀ ਨੇ ਜਦੋਂ ਮੇਰਾ ਐਕਸੀਡੈਂਟ ਹੋਇਆ ਬਿਲਕੁਲ ਖਾਣਾ ਨਹੀਂ ਖਾਧਾ, ਇੱਥੋਂ ਤੱਕ ਕਿ ਉਹਨੂੰ ਫੀਵਰ ਹੋਣਾ ਸ਼ੁਰੂ ਹੋ ਗਿਆ। ਉਹਨੂੰ ਇੰਨੀ ਜ਼ਿਆਦਾ ਦਿਮਾਗ ਤੇ ਉਹਦੇ ਪ੍ਰੈਸ਼ਰ ਪੈ ਗਿਆ ਕਿ ਮੇਰੀ ਮੰਮਾ ਨੂੰ ਪਤਾ ਨਹੀਂ ਕੀ ਹੋ ਗਿਆ ਵਾ। ਇਸ ਗੱਲ ਦੀ ਮੈਨੂੰ ਵੀ ਬੜੀ ਟੈਨਸ਼ਨ ਸੀ ਕਿ ਮੈਂ ਕਦੋਂ ਠੀਕ ਹੋਵਾਂਗੀ ਤੇ ਕਦੋਂ ਆਪਣੀ ਬੱਚੀ ਨੂੰ ਖੁਦ ਸੰਭਾਲਾਂਗੀ, ਕਿਉਂਕਿ ਮੇਰੀ ਇੱਕੋ ਹੀ ਬੇਟੀ ਆ ਤੇ ਉਹ ਵੀ ਮੈਨੂੰ ਵੇਖ ਕੇ ਫੀਲ ਹੁੰਦਾ ਸੀ ਕਿ ਵਿਚਾਰੀ ਇੱਧਰ ਉੱਧਰ ਵੇਖਦੀ ਰਹਿੰਦੀ ਹੱਥਾਂ ਵੱਲ ਵੀ ਕੋਈ ਮੈਨੂੰ ਖਾਣਾ ਦੇਵੇ, ਕੋਈ ਮੈਨੂੰ ਸੰਭਾਲੇ। ਮੈਂ ਪੂਰੀ ਤਰ੍ਹਾਂ ਬੈੱਡ ਤੇ ਸਾਂ, ਮਤਲਬ ਮੈਂ ਆਪਣੇ ਆਪ ਉੱਠ ਵੀ ਨਹੀਂ ਸੀ ਸਕਦੀ ਤੇ ਮੇਰੀ ਦੀਦੀ ਨੇ ਜਦੋਂ ਮੈਨੂੰ ਉਠਾਣਾ ਨਾ ਤੇ ਮੈਂ ਬੜੀਆਂ ਚੀਕਾਂ ਮਾਰਨੀਆਂ ਕਿ ਦੀਦੀ ਮੈਨੂੰ ਨਾ ਦਰਦ ਬੜੀ ਹੁੰਦੀ ਆ, ਮੇਰੇ ਕੋ ਉੱਠਿਆ ਨਹੀਂ ਜਾਂਦਾ। ਰਾਤ ਨੂੰ ਸੁੱਤੇ ਟਾਈਮ ਵੀ ਮੇਰੀ ਲੱਤ ਡਾਕਟਰ ਨੇ ਕਿਹਾ ਸੀ ਬਿਲਕੁਲ ਨਹੀਂ ਇੱਧਰ ਉੱਧਰ ਕਰਨੀ ਤੇ ਹੋ ਜਾਣੀ ਤੇ ਦੀਦੀ ਨੇ ਮੈਨੂੰ ਕਹਿਣਾ ਡਾਕਟਰ ਨੇ ਤੈਨੂੰ ਮਨਾ ਕੀਤਾ ਵਾ, ਤੂੰ ਲੱਤ ਇੱਧਰ ਉੱਧਰ ਨਹੀਂ ਮੋੜਨੀ, ਨਹੀਂ ਤੇ ਹੱਡੀ ਜਿਹੜੀ ਗਲਤ ਜਗ੍ਹਾ ਵੀ ਜੋੜ ਸਕਦੀ ਆ ਤੇ ਤੂੰ ਬਿਲਕੁਲ ਸਟੇਟ ਹੀ ਲੇਟਣਾ ਵਾ। ਮੇਰੇ ਦੀਦੀ ਮਤਲਬ ਮੈਨੂੰ ਬੈੱਡ ਤੇ ਹੀ ਕਰਾਉਂਦੇ ਹੁੰਦੇ ਸੀ, ਵਾਸ਼ਰੂਮ ਟਾਇਲਟ ਵੀ ਬੈੱਡ ਤੇ ਕਰਵਾਣੀ ਤੇ ਫਿਰ ਚੇਅਰ ਉਹਨਾਂ ਬੈੱਡ ਲਾਗੇ ਲਗਾਣੀ ਤੇ ਕਹਿਣਾ ਕੋਈ ਗੱਲ ਨਹੀਂ ਮੈਂ ਤੈਨੂੰ ਇੱਥੇ ਹੀ ਨਵਾ ਦਿੰਨੀ ਆ। ਤੇ ਮੈਨੂੰ ਬੜੀ ਦਿੱਕਤ ਹੁੰਦੀ ਸੀ ਕਿ ਕਿੰਨੀ ਇਹਨਾਂ ਨੂੰ ਵੀ ਮੈਂ ਪਰੇਸ਼ਾਨ ਕਰਦੀ ਪਈ ਆ। ਤੇ ਜਦੋਂ ਵੀ ਡਾਕਟਰ ਤੇ ਜਾਨੀ ਹਾਂ ਤੇ ਮੈਨੂੰ ਵੀਲ ਚੇਅਰ ਤੇ ਖੜਦੇ ਸੀ, ਮਤਲਬ ਕਿ ਵੀਲ ਚੇਅਰ ਤੋਂ ਬਿਨਾ ਮੈਂ ਇੱਧਰ ਉੱਧਰ ਬਿਲਕੁਲ ਨਹੀਂ ਸੀ ਜਾ ਸਕਦੀ ਕਿਉਂਕਿ ਲੱਤ ਤੇ ਬਿਲਕੁਲ ਨਹੀਂ ਭਾਰ ਚੱਲਦੀ ਮੇਰੀ। ਦੀਦੀ ਮਤਲਬ 1 ਮਹੀਨਾ ਰਹੇ ਤੇ ਦੀਦੀ ਫਿਰ ਵਾਪਸ ਚਲੇ ਗਏ। ਦੀਦੀ ਜਾਣ ਤੋਂ ਬਾਅਦ ਦਿਨੇ ਮੇਰੀ ਨਨਾਣ ਦੀ ਨੂੰਹ ਆ ਜਾਂਦੀ ਸੀ ਤੇ ਉਹ ਮੈਨੂੰ ਸੰਭਾਲਦੇ ਸੀ, ਘਰ ਵੀ ਸੰਭਾਲਦੇ ਸੀ ਤੇ ਰਾਤ ਨੂੰ ਮੇਰੇ ਹਸਬੈਂਡ ਸੰਭਾਲਦੇ ਸੀ। ਅਗਰ ਮੈਂ ਵਾਸ਼ਰੂਮ ਜਾਣਾ ਤੇ ਉਹਨਾਂ ਨੇ ਮੈਨੂੰ ਖੜਨਾ। ਮੈਂ ਤੇ ਮੇਰੇ ਹਸਬੈਂਡ ਅਸੀਂ ਦੋਵੇਂ ਕੰਮ ਕਰਦੇ ਸੀ। ਮੈਂ ਘਰ ਵਿੱਚ ਸਟਿਚਿੰਗ ਦਾ ਕੰਮ ਕਰਦੀ ਸਾਂ ਤੇ ਮੇਰੀ ਮਤਲਬ ਲੱਤ ਫ੍ਰੈਕਚਰ ਹੋ ਗਈ ਤੇ ਉਸ ਤੋਂ ਬਾਅਦ ਚੋਂ ਮੈਂ ਕੰਮ ਨਹੀਂ ਕਰ ਸਕਦੀ ਸਟਿਚਿੰਗ ਦਾ ਕਿਉਂਕਿ ਮੈਨੂੰ ਡਾਕਟਰ ਨੇ ਬਿਲਕੁਲ ਬੈੱਡ ਰੈਸਟ ਦੱਸੀ ਸੀ। ਮੈਨੂੰ ਇਸ ਚੀਜ਼ ਵਿੱਚ ਬੜਾ ਅਫਸੋਸ ਹੁੰਦਾ ਹੈ ਕਿ ਮੇਰਾ ਇੰਨਾ ਵਧੀਆ ਬੁਟੀਕ ਦਾ ਕੰਮ ਸੀ ਘਰ ਦੇ ਵਿੱਚ ਹੀ ਤੇ ਉਹ ਵੀ ਮੇਰਾ ਬੰਦ ਹੋ ਗਿਆ।
ਇਸੇ ਤਰ੍ਹਾਂ ਮੈਂ ਬੈੱਡ ਤੇ ਬੈਠੀ ਸੋਚਦੀ ਰਹਿੰਦੀ ਸੀ ਕਿ ਮੈਂ ਕਦੀ ਸਟਿਚਿੰਗ ਦਾ ਕੰਮ ਕਰ ਪਾਵਾਂਗੀ, ਮੈਂ ਉੱਠ ਪਾਵਾਂਗੀ, ਮੈਂ ਚੱਲ ਪਾਵਾਂਗੀ। ਕਈ ਵਾਰੀ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਨੈਗੇਟਿਵ ਖਿਆਲ ਆਉਂਦੇ ਹੁੰਦੇ ਸੀ ਕਿ ਜਿਹੜਾ ਮੇਰਾ ਐਕਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਮੈਂ ਨਾਲ ਹੀ ਮੇਰੀ ਡੈਥ ਹੋ ਜਾਂਦੀ ਤੇ ਵਧੀਆ ਸੀ। ਇਦਾਂ ਮੈਂ ਸਾਰਿਆਂ ਨੂੰ ਕਿੰਨਾ ਪਰੇਸ਼ਾਨ ਕਰਦੀ ਪਈ ਆ। ਕਦੀ ਕਿਸੇ ਨੂੰ ਕਹਿੰਦੀ ਮੈਨੂੰ ਵਾਸ਼ਰੂਮ ਕਰਾ ਦਿਓ, ਕਦੀ ਕਿਸੇ ਨੂੰ ਕਹਿੰਦੀ ਮੈਨੂੰ ਟਾਇਲਟ ਕਰਾ ਦਿਓ, ਕੋਈ ਮੈਨੂੰ ਬਾਹਰ ਖੜਦਾ ਚੁੱਕ ਕੇ, ਕੋਈ ਮੈਨੂੰ ਅੰਦਰ ਲਿਆਂਦਾ ਵਾ। ਇਸੇ ਤਰ੍ਹਾਂ ਮੈਂ ਲਗਾਤਾਰ ਬੈੱਡ ਰੈਸਟ ਕੀਤੀ ਤੇ ਮੈਡੀਸਨ ਵੀ ਖਾਧੀ, ਪਰ ਮੈਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ। ਪਰ ਉਸ ਹਾਲਤ ਦੇ ਵਿੱਚ ਵੀ ਮੇਰਾ ਭਰੋਸਾ ਪਰਮੇਸ਼ਰ ਤੇ ਸੀ, ਕਿਉਂਕਿ ਖਾਂਬਰਾ ਚਰਚ ਦੇ ਵਿੱਚ ਮੈਂ ਬਹੁਤ ਸਾਰੀਆਂ ਗਵਾਹੀਆਂ ਸੁਣੀਆਂ ਸੀ, ਮਤਲਬ ਕਿ ਵੀਲ ਚੇਅਰ ਤੋਂ ਲੋਕੀ ਉੱਠਦੇ ਸੀ। ਮੈਂ ਪ੍ਰਭੂ ਤੇ ਭਰੋਸਾ ਰੱਖਿਆ ਕਿ ਜੇ ਪ੍ਰਭੂ ਇਹਨਾਂ ਨੂੰ ਹੀਲ ਕਰ ਸਕਦਾ ਹੈ ਤੇ ਮੈਨੂੰ ਵੀ ਹੀਲ ਕਰ ਸਕਦਾ, ਮੈਨੂੰ ਵੀ ਵੀਲ ਚੇਅਰ ਤੋਂ ਬੈੱਡ ਤੋਂ ਉਠਾ ਸਕਦਾ ਹੈ। ਘਰ 'ਚ ਬੈਠੇ ਮੈਂ ਖਾਂਬਰਾ ਚਰਚ ਦੀਆਂ ਆਨਲਾਈਨ ਮੀਟਿੰਗ ਅਟੈਂਡ ਕਰਦੀ ਸੀ। ਮੇਰੇ ਹਸਬੈਂਡ ਸੰਡੇ ਨੂੰ ਮੈਨੂੰ ਖਾਂਬਰਾ ਚਰਚ ਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਬ੍ਰਾਂਚ ਆ ਉੱਥੇ ਲੈ ਕੇ ਜਾਂਦੇ ਸੀ ਤੇ ਮੈਂ ਐਮਰਜੈਂਸੀ ਸੈਕਸ਼ਨ ਵਿੱਚ ਬੈਠਦੀ ਸੀ। ਇਸੇ ਤਰ੍ਹਾਂ ਮੈਂ ਖਾਂਬਰਾ ਚਰਚ ਨਾਲ ਜੁੜੀ ਰਹੀ ਔਰ ਲਗਾਤਾਰ ਮੀਟਿੰਗਾਂ ਨੂੰ ਅਟੈਂਡ ਕਰਦੀ ਰਹੀ। ਫਿਰ 11 ਸਤੰਬਰ 2022 ਨੂੰ ਮੈਂ ਖਾਂਬਰਾ ਚਰਚ ਦੀ ਬ੍ਰਾਂਚ ਅੰਮ੍ਰਿਤਸਰ ਵਿੱਚ ਗਈ। ਮੇਰੇ ਹਸਬੈਂਡ ਮੈਨੂੰ ਗੱਡੀ 'ਚ ਪਾ ਕੇ ਲੈ ਕੇ ਗਏ ਸੀ ਤੇ ਵੀਲ ਚੇਅਰ ਦੇ ਦੁਆਰਾ ਮੈਨੂੰ ਅੰਦਰ ਖੜਿਆ ਗਿਆ ਸੀ। ਉਸ ਦਿਨ ਪਰਮੇਸ਼ਰ ਦੇ ਦਾਸ ਨੇ ਪ੍ਰਾਰਥਨਾ ਕੀਤੀ ਕਿ ਐਮਰਜੈਂਸੀ ਸੈਕਸ਼ਨ ਵਿੱਚ ਜਿਹੜੇ ਵੀਲ ਚੇਅਰ ਤੇ ਹਨ ਉਹ ਆਜ਼ਾਦ ਹੋ ਜਾਣ। इमरजेंसी सेक्शन हील हो जाओ, इमरजेंसी सेक्शन व्हील चेयर से आजाद हो जाओ, इमरजेंसी सेक्शन व्हील चेयर से आजाद हो जाओ, इमरजेंसी व्हील चेयर से आजाद हो जाओ। ਔਰ ਜਿਸ ਤਰ੍ਹਾਂ ਹੀ ਮੈਂ ਉਸ ਪ੍ਰੇਅਰ ਨੂੰ ਆਪਣੇ ਲਈ ਵਿਸ਼ਵਾਸ ਨਾਲ ਰਿਸੀਵ ਕੀਤਾ ਤੇ ਮੈਨੂੰ ਆਪਣੀ ਬੋਡੀ ਵਿੱਚ ਹੀਲਿੰਗ ਮਹਿਸੂਸ ਹੋਈ ਤੇ ਮੈਂ ਚੱਲ ਕੇ ਦੇਖਿਆ, ਮੈਂ ਆਪਣੀ ਸੱਜੀ ਲੱਤ ਤੇ ਭਾਰ ਪਾ ਰਹੀ ਸੀ। ਉਸ ਟਾਈਮ ਮੇਰੀ ਬੇਟੀ ਵੀ ਬੜੀ ਖੁਸ਼ ਹੋਈ ਤੇ ਮੇਰੇ ਹਸਬੈਂਡ ਵੀ ਬੜੇ ਖੁਸ਼ ਹੋਏ। ਮੇਰੀ ਬੇਟੀ ਕਹਿੰਦੀ ਮੰਮਾ ਤੁਸੀਂ ਚੱਲਣ ਲੱਗ ਗਏ, ਤੁਹਾਨੂੰ ਪ੍ਰਭੂ ਨੇ ਹੀਲ ਕਰਤਾ। ਤੇ ਮੈਂ ਵੀ ਬੜੀ ਖੁਸ਼ ਸਾਂ ਕਿ ਪ੍ਰਭੂ ਨੇ ਮੈਨੂੰ ਹੀਲ ਕਰਤਾ ਵਾ। ਹੁਣ ਮੈਂ ਉਸ ਦਿਨ ਤੋਂ ਬਿਲਕੁਲ ਹੀ ਠੀਕ ਆ, ਬਿਲਕੁਲ ਆਜ਼ਾਦ ਵਾਂ। ਮੈਂ ਆਪਣੇ ਘਰ ਦਾ ਪੂਰਾ ਕੰਮ ਕਰ ਪਾਨੀ ਆ, ਮੈਂ ਆਪਣੀ ਬੁਟੀਕ ਦਾ ਵੀ ਕੰਮ ਕਰ ਪਾਨੀ ਆ। ਮੈਨੂੰ ਕੋਈ ਹੁਣ ਪ੍ਰੋਬਲਮ ਨਹੀਂ ਆ, ਕੋਈ ਦਿੱਕਤ ਨਹੀਂ। ਮੈਂ ਵਾਸ਼ਰੂਮ ਵੀ ਜਾ ਪਾ ਰਹੀ ਆ, ਮੇਰੀ ਸੱਜੀ ਲੱਤ ਬਿਲਕੁਲ ਠੀਕ ਆ। ਹੁਣ ਮੈਂ ਆਪਣੀ ਬੇਟੀ ਦਾ ਪੂਰਾ ਖਿਆਲ ਰੱਖਦੀ ਆ, ਜਿਸ ਚੀਜ਼ ਦੀ ਵੀ ਉਹਨੂੰ ਜ਼ਰੂਰਤ ਹੁੰਦੀ ਆ ਮੈਂ ਦਿੰਨੀ ਆ। ਤੇ ਮੈਂ ਇਸ ਚੀਜ਼ ਤੋਂ ਬੜੀ ਖੁਸ਼ ਹਾਂ ਕਿ ਮੈਂ ਆਪਣੀ ਬੱਚੀ ਨੂੰ ਤੇ ਆਪਣੇ ਹਸਬੈਂਡ ਨੂੰ ਸੰਭਾਲ ਰਹੀ ਹਾਂ, ਆਪਣੇ ਘਰ ਨੂੰ ਸੰਭਾਲ ਰਹੀ ਹਾਂ। ਜਿਹੜੇ ਵੀ ਲੋਕ ਵੀਲ ਚੇਅਰ ਤੇ ਜਾਂ ਬੈੱਡ ਤੇ ਆ, ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਪ੍ਰਭੂ ਦੇ ਅੱਗੇ ਕੁਝ ਵੀ ਅਣਹੋਣਾ ਨਹੀਂ ਆ। ਉਹ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਵਾ। ਮੇਰਾ ਵਿਸ਼ਵਾਸ ਵਾ ਕਿ ਜਿਸ ਤਰ੍ਹਾਂ ਪ੍ਰਭੂ ਨੇ ਮੈਨੂੰ ਚੰਗਾ ਕੀਤਾ ਉਹ ਤੁਹਾਨੂੰ ਵੀ ਚੰਗਾ ਕਰੇਗਾ। ਮੈਂ ਇਸ ਵੱਡੀ ਹੀਲਿੰਗ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਔਰ ਪਰਮੇਸ਼ਰ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ। ਸਭ ਨੂੰ ਜੈ ਮਸੀਹ ਦੀ। जैसा कि बाइबल में लिखा है, और जहाँ कहीं प्रभु का आत्मा है वहाँ आज़ादी है। यह वचन प्रभु ने इनके जीवन में पूरा किया तो परमेश्वर की जीवित सामर्थ ने इन्हें छूकर तांत्रिक पागलपन और नशों से आज़ाद किया। जय मसीह जी साਰਿਆਂ ਨੂੰ। ਮੇਰਾ ਨਾਮ ਜਤਿੰਦਰ ਸਿੰਘ ਹੈ, ਮੇਰੇ ਫਾਦਰ ਦਾ ਨਾਮ ਦਲਜੀਤ ਸਿੰਘ ਹੈ। ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਤੇ ਅੱਜ ਮੈਂ ਆਪਣੇ ਪਿਤਾ ਜੀ ਦੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਯਿਸੂ ਮਸੀਹ ਨੇ ਸਾਡੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਕੀਤਾ। ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਆ। ਮੇਰੇ ਡੈਡੀ ਜਿਹੜੇ ਵੱਡਾ ਭਰਾ ਸੀ, ਮੇਰੇ ਤਾਇਆ ਜੀ, ਉਹਨਾਂ ਦੀ ਜਾਦੂ ਟੂਣੇ ਦੇ ਨਾਲ ਡੈਥ ਹੋ ਗਈ ਸੀ। ਕਿਸੇ ਨੇ ਨਾ ਜਾਦੂ ਟੂਣਾ ਕਰਤਾ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ। ਤੇ ਉਹਦੇ ਬਾਅਦ ਇਹਨਾਂ ਦਾ ਇਹ ਚੀਜ਼ ਵੱਲ ਜ਼ਿਆਦਾ ਧਿਆਨ ਜਾਣ ਡਿਆ ਪਿਆ, ਜ਼ਿਆਦਾ ਰੁਚੀ ਕਰਨ ਡਿਆ ਪਏ। ਇਹਨਾਂ ਦਿਮਾਗ 'ਚ ਇਹ ਬਹਿ ਗਿਆ ਵੀ ਜਿੰਨੇ ਮੇਰੇ ਵੱਡੇ ਭਰਾ ਤੇ ਜਾਦੂ ਟੂਣਾ ਕੀਤਾ ਵਾ ਹੁਣ ਮੇਰੇ ਤੇ ਕਰਨਗੇ ਤੇ ਅਸੀਂ ਸਾਰੇ 5 ਭਰਾ ਵਾਂ
ਪੰਜਾਂ ਵਿੱਚੋਂ ਇੱਕ ਚਲ ਗਿਆ, ਸਾਨੂੰ ਚਾਰਾਂ ਨੂੰ ਵੀ ਕਿਸੇ ਨੇ ਜਾਗ ਟੂਣਾ ਕਰਕੇ ਮਾਰ ਦੇਣਾ ਹੈ। ਉਹਦੇ ਨਾਲ ਹੀ ਇਹਨਾਂ ਨੇ ਮਤਲਬ ਇਹ ਚੀਜ਼ ਵੱਲ ਜ਼ਿਆਦਾ ਰੁਚੀ ਲੈਣੀ ਚਾਲੂ ਕਰਤੀ। ਇਹ ਤਾਂਤਰਿਕਾਂ ਵੱਲ ਜਾਣਾ, ਉਹਨਾਂ ਨਾਲ ਬਹਿਣਾ ਖਲੋਣਾ, ਉਹ ਚੀਜ਼ ਵੱਲ ਮਤਲਬ ਆਪ ਵੀ ਇਹ ਚੀਜ਼ ਵੱਲ ਜ਼ਿਆਦਾ ਹੀ ਖੁੱਭ ਗਏ ਤੇ ਆਪ ਵੀ ਜਾਦੂ ਟੂਣੇ ਵੱਲ ਪੈ ਗਏ। ਫਿਰ ਵੱਖ-ਵੱਖ ਇਹਨਾਂ ਨੇ ਤਾਂਤਰਿਕਾਂ ਕੋਲ ਜਾ ਕੇ, ਉਹਨਾਂ ਦੇ ਕੋਲ ਜਾ ਕੇ ਵਿੱਦਿਆ ਲੈਣੀ ਚਾਲੂ ਕਰਤੀ, ਜਿਸ ਤਰ੍ਹਾਂ ਯੰਤਰ ਬਣਾਉਣੇ, ਭਬੂਤੀਆਂ ਬਣਾਉਣੀਆਂ, ਧਾਗੇ, ਤਵੀਤ, ਇਹੋ ਜਿਹੀਆਂ ਚੀਜ਼ਾਂ ਇਹਨਾਂ ਨੇ ਮਤਲਬ ਉਹਨਾਂ ਕੋਲ ਸਿੱਖਣੀਆਂ ਤੇ ਗਾਂ ਫਿਰ ਆਪਣੇ ਕੋਲ ਆ ਕੇ ਜਿਹੜੀ ਸੰਗਤ ਇਹਨਾਂ ਕੋਲ ਹੁੰਦੀ ਸੀ ਉੱਥੇ ਅਪਲਾਈ ਕਰਦੇ ਸੀ। ਉਹਦੇ ਬਾਅਦ ਜਦੋਂ ਇਹਨਾਂ ਫਿਰ ਤਾਂਤਰਿਕ ਦਾ ਕੰਮ ਚਾਲੂ ਕੀਤਾ, ਝਾੜਾ ਫੂਕੀ ਕਰਨ ਡਿਆ ਪਿਆ ਤਾਂ ਸੰਗਤ ਵਗੈਰਾ ਆਉਂਦੀ ਸੀ, ਜਿਹੜੇ ਲਾਗੇ ਬੰਨੇ ਦੇ ਲੋਕ ਉਹ ਵੀ ਆਉਂਦੇ ਸੀ, ਫਿਰ ਦੂਰ ਦੂਰੋਂ ਪਿੰਡਾਂ ਦੇ ਲੋਕ ਵੀ ਆਉਂਦੇ ਸੀ, ਇਹਨਾਂ ਕੋਲ ਝਾੜੂ ਫੂਕਾ ਕਰਾਉਣ, ਜੰਤਰ ਬਣਾ ਕੇ ਦਿੰਦੇ ਸੀ ਤੇ ਮਤਲਬ ਆਪਣੀਆਂ ਕੜਾਈਆਂ ਪਜਾ ਰਹੀਆਂ, ਉਹ ਜਿਸ ਤਰ੍ਹਾਂ ਮਤਲਬ ਉਹ ਕੰਮ ਕਰਦੇ, ਕਦੀ ਮੁਰਗੇ ਦੀ ਬਲੀ ਦੇਣੀ, ਸ਼ਰਾਬ ਸ਼ਰੂਬ, ਇਹ ਸਾਰੀਆਂ ਚੀਜ਼ਾਂ ਮਤਲਬ ਉਹਦੇ ਵਿੱਚ ਇਹ ਸਾਰੇ ਸਾਡੀਆਂ ਮਤਲਬ ਬਚਪਨ ਛੋਟੇ ਹੁੰਦੇ ਹਨ ਇਹ ਚੀਜ਼ਾਂ ਸਾਰੀਆਂ ਵੇਖਦੇ ਰਹੇ ਆ। ਤੇ ਮੁੜ ਕੇ ਤਾਂਤਰਿਕ ਦੇ ਕੰਮ ਵੱਲ ਇੰਨਾ ਜ਼ਿਆਦਾ ਵੱਧ ਗਏ ਸੀ ਕਿ ਇਹਨਾਂ ਨੇ ਮਤਲਬ ਆਪਣਾ ਘਰੇ ਇੱਕ ਜਗ੍ਹਾ ਬਣਾਈ, ਉੱਥੇ ਮਤਲਬ ਆਪਣੀ ਵੇਦੀ ਬਣਾ ਕੇ ਉੱਥੇ ਆਪਣਾ ਸਾਰੀ ਰਾਤ ਬੈਠੇ ਰਹਿਣਾ। ਉਹਦੇ ਬਾਅਦ ਘਰੇ ਵੀ ਸੰਗਤ ਆਉਂਦੀ ਹੁੰਦੀ ਸੀ, ਲੋਕੀ ਨੇ ਆਉਣਾ, ਲੋਕਾਂ ਦੇ ਹੱਲ ਹੋਣੇ, ਪਰ ਸਾਡੇ ਘਰ ਦੇ ਵਿੱਚ ਕਲੇਸ਼ ਰਹਿਣਾ। ਅਸੀਂ ਮਤਲਬ ਜੋ ਬਚਪਨ ਸਵਾਰ ਹੋਸ਼ ਸੰਭਾਲੀ ਆ ਤੇ ਮਤਲਬ ਸਾਡੇ ਘਰ 'ਚ ਵੀ ਗਰੀਬੀ ਰਹੀ ਆ, ਲਾਚਾਰੀ ਰਹੀ ਆ, ਕਦੀ ਬਰਕਤ ਨਹੀਂ ਹੁੰਦੀ। ਜਿੰਨਾ ਵੀ ਕੰਮ ਕਰ ਲਓ, ਇਹਨਾਂ ਨੇ ਕਈ ਤਾਂਤਰਿਕਾਂ ਦੇ ਮਗਰ ਲਾ ਕੇ ਕਈ ਮਹੀਨੇ, ਕਈ 6-6 7-7 ਮਹੀਨੇ, ਕਈ ਵਾਰ ਸਾਲ ਵੀ ਪਤਾ ਨਹੀਂ ਕਿਹੜੀਆਂ ਨਹਿਰਾਂ ਤੇ ਬੈਠੇ ਰਹਿਣਾ, ਜਿੱਥੇ ਮਤਲਬ ਕੋਈ ਬੰਦਾ ਕੋਈ ਕੁਛ ਨਹੀਂ ਆ, ਉੱਥੇ ਮਤਲਬ ਇਕੱਲੇ ਕਾਰੇ ਜਾ ਕੇ ਬੈਠੇ ਰਹਿਣਾ। ਤੇ ਨਾਲੇ ਤੇ ਤਾਂਤਰਿਕ ਵਿਦਿਆ ਆਪਣੀ ਸਿੱਖਣੀ ਕਰਨੀ, ਨਾਲੇ ਨਸ਼ੇ ਵੱਲ ਬਹੁਤ ਜ਼ਿਆਦਾ ਵੱਧ ਗਏ, ਕਿਉਂਕਿ ਜਿਹੜੀਆਂ ਜਾਦੂ ਟੂਣਿਆਂ ਦੇ ਦੁਸ਼ਟ ਆਤਮਾਵਾਂ ਦੇ ਪ੍ਰਭਾਵ ਹੁੰਦੇ ਇਹਨਾਂ ਤੇ ਵੀ ਪੈਂਦੇ ਸੀ। ਉਹਦੇ ਨਾਲ ਇਹ ਨਸ਼ੇ ਵੱਲ ਵੀ ਰੁੱਝਣ ਡਿਆ ਪਏ। ਇਹਨਾਂ ਨੇ ਲੋਕਾਂ ਦੀ ਝਾੜੂ ਫੂਕੀ ਤਰ੍ਹਾਂ ਕਰਦੇ ਸੀ, ਤਾਂਤਰਿਕ ਵਿਦਿਆ ਵਾਲੇ ਕੰਮ ਕਰਦੇ ਸੀ। ਉਹਦੇ ਬਾਅਦ ਇਹਨਾਂ ਦੇ ਉੱਤੇ ਜਿਹੜਾ ਵਾ ਉਹ ਚੀਜ਼ਾਂ ਦਾ ਅਸਰ ਇਹਨਾਂ ਦੇ ਉੱਤੇ ਜ਼ਿਆਦਾ ਹੋਣਾ ਚਾਲੂ ਹੋ ਗਿਆ ਵੀ ਇਹਨਾਂ ਨੂੰ ਰਾਤ ਨੂੰ ਚੀਜ਼ਾਂ ਦਿਖਣੀਆਂ, ਸਾਰੀ ਰਾਤ ਨਾ ਸੌਣਾ ਨਹੀਂ। ਉਹਦੇ ਬਾਅਦ ਇਹਨਾਂ ਨੇ ਕੋਠਿਆਂ ਤੇ ਵੱਟੇ ਮਾਰਨੇ। ਜਦੋਂ ਇਹਨਾਂ ਨੂੰ ਪੁੱਛਣਾ ਵੀ ਹਾਂ ਕੀ ਹੋਇਆ, ਇਹਨਾਂ ਨੇ ਕਹਿਣਾ ਯਾਰ ਉੱਤੇ ਕੋਠਾਂ ਤੇ ਆਵਾਜ਼ਾਂ ਮਾਰਨ ਡੇ, ਉਹ ਬਾਹਰ ਆਵਾਜ਼ਾਂ ਮਾਰਨ ਡੇ, ਮੈਨੂੰ ਬੁਲਾਉਣ ਡੇ ਆ। ਉਹਦੇ ਬਾਅਦ ਇਹਨਾਂ ਦੇ ਦੁਸ਼ਟ ਆਤਮਾ ਦੇ ਜਿਹੜੇ ਅਟੈਕ ਸੀ ਉਹ ਜ਼ਿਆਦਾ ਹੋ ਗਏ, ਪਾਗਲਪਨ ਦੇ ਅਟੈਕ ਇਹਨਾਂ ਨੂੰ ਹੋਣ ਡਿਆ ਪਏ। ਇਹਨਾਂ ਨੂੰ ਰੋਟੀ ਪਾਣੀ ਦਾ ਕੋਈ ਪਤਾ ਨਹੀਂ ਹੁੰਦਾ, ਹਰ ਵੇਲੇ ਨਸ਼ੇ ਰਹਿੰਦੇ ਸੀ। ਦੁਸ਼ਟ ਆਤਮਾ ਇਹਨਾਂ ਨੂੰ ਖੁੱਲੀ ਅੱਖਾਂ ਨਾਲ ਨਜ਼ਰ ਆਉਂਦੀਆਂ ਹੁੰਦੀਆਂ ਸਾਹਮਣੇ ਕਿ ਤੈਨੂੰ ਹੀ ਲੈ ਜਾਣਾ, ਤੇਰੇ ਪਰਿਵਾਰ ਨੂੰ ਲੈ ਜਾਣਾ ਹੈ, ਮਾਰ ਦੇਣਾ ਹੈ। ਉਹਦੇ ਬਾਅਦ ਇਹਨਾਂ ਨੂੰ ਨਹਾਉਣ ਦਾ ਨਹੀਂ ਪਤਾ, ਧੋਣ ਦਾ ਨਹੀਂ, ਨਾਖੂਨ ਵੱਧ ਜਾਣੇ, ਖੁਰਕਦੇ ਰਹਿਣਾ। ਇਹਨਾਂ ਨੇ ਆਪਣਾ ਮਤਲਬ ਖੁਰ ਕੇ ਇੰਨਾ ਜ਼ਿਆਦਾ ਖੁਰਕਦੇ ਸੀ ਵੀ ਇਹਨਾਂ ਨੇ ਆਪਣਾ ਸਰੀਰ ਛਿੱਲ ਲੈਂਦੇ ਹੁੰਦੇ ਸੀ, ਨਾਖੂਨ ਇਹਨਾਂ ਦੇ ਕਾਲੇ ਪੈ ਗਏ। ਜਦੋਂ ਇਹਨਾਂ ਦੇ ਉੱਤੇ ਦੁਸ਼ਟ ਆਤਮਾ ਦਾ ਅਟੈਕ ਹੁੰਦਾ ਸੀ, ਇੰਨਾ ਜ਼ਿਆਦਾ ਡਿਪਰੈਸ਼ਨ 'ਚ ਹੁੰਦੇ ਸੀ ਤੇ ਇਹਨਾਂ ਨੂੰ ਕਿਸੇ ਦੀ ਹੋਸ਼ ਨਹੀਂ ਹੁੰਦੀ। ਪਾਗਲਾਂ ਵਾਲੀਆਂ ਹਰਕਤਾਂ ਕਰਦੇ ਰਹਿਣਾ, ਕਿਤੋਂ ਮਤਲਬ ਪੱਥਰ ਚੁੱਕ ਲਿਆ, ਬੈਲਟ ਚੁੱਕ ਲਈ, ਰੱਸੀ ਚੁੱਕ ਲਈ, ਵੀ ਮੈਨੂੰ ਕਿਹੜੇ ਵੇਲੇ ਮਤਲਬ ਕਿਸੇ ਨੇ ਮਾਰ ਦੇਣਾ। ਡਿਪਰੈਸ਼ਨ 'ਚ ਜਾਣ ਦੇ ਨਾਲ ਇਹ ਨਸ਼ੇ ਵੱਲ ਹੀ ਵੱਧ ਗਏ ਬਹੁਤ ਜ਼ਿਆਦਾ। ਸਵੇਰ ਤੋਂ ਹੀ ਸ਼ਰਾਬ ਪੀਣੀ ਚਾਲੂ ਕਰ ਦੇਣੀ, ਜੋ ਵੀ ਲੱਭਿਆ, ਸਿਗਰਟਾਂ, ਬੀੜੀਆਂ, ਇਹ ਚੀਜ਼ਾਂ। ਸ਼ਰਾਬ ਤੇ ਸਵੇਰ ਤੋਂ ਮਤਲਬ ਖਾਣਾ ਖਾਂਦੇ ਹੀ ਨਹੀਂ, ਸਵੇਰ ਤੋਂ ਹੀ ਸ਼ਰਾਬ ਪੀਣੀ ਚਾਲੂ, ਰਾਤ ਤੱਕ ਸ਼ਰਾਬ, ਹਰ ਵੇਲੇ ਸ਼ਰਾਬ 'ਚ ਹੀ ਰਹਿਣਾ, ਜਿੱਥੇ ਮਰਜ਼ੀ ਡਿੱਗ ਪੈਣਾ। ਦੁਸ਼ਟ ਆਤਮਾ ਇਹਨਾਂ ਨੂੰ ਸਾਹਮਣੇ ਨਜ਼ਰ ਆਉਂਦਾ ਸੀ, ਇਹਨਾਂ ਨਾਲ ਗੱਲਾਂ ਕਰਦਾ ਸੀ ਕਿ ਤੈਨੂੰ ਮੈਂ ਮਾਰ ਦੇਣਾ ਵਾ, ਤੇਜ਼ਾਬ ਪਾ ਕੇ ਸਾੜ ਦੇਣਾ ਵਾ, ਤੇਰੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਤੇਜ਼ਾਬ ਨਾਲ ਮਾਰਨਾ, ਸਾੜ ਦੇਣਾ ਹੈ। ਤੇ ਇਸ ਤਰ੍ਹਾਂ ਇਹਨਾਂ ਨੂੰ ਮਤਲਬ ਇਹ ਖੌਫ ਤੋਂ ਡਰਦੇ ਡਿਪਰੈਸ਼ਨ ਦੇ ਵਿੱਚ ਪੁਲਿਸ ਥਾਣੇ ਵੀ ਜਾ ਕੇ ਰਿਪੋਰਟ ਲਿਖਾਉਂਦੇ, ਮੇਰੇ ਪਰਿਵਾਰ ਨੂੰ ਕਿਹਨੇ ਮਾਰਤਾ ਵਾ, ਖਤਮ ਕਰਤਾ ਸਾਰੇ ਨੂੰ। ਤੇ ਪੁਲਿਸ ਵਾਲੇ ਸਾਡੇ ਘਰ ਹੁੰਦੇ, ਸਭ ਕੁਝ ਸਹੀ ਹੁੰਦਾ ਸੀ। ਤੇ ਉਹਨਾਂ ਨੇ ਵੀ ਕਹਿਣਾ ਵੀ ਇਹਨੂੰ ਯਾਰ ਲੈ ਕੇ ਜਾਓ ਕਿਤੇ ਇਲਾਜ ਲੂਜ ਕਰਾਓ, ਇਹਦਾ ਮਤਲਬ ਪਾਗਲ ਹੋ ਚੁੱਕਾ ਬੰਦਾ ਤੁਹਾਡਾ। ਕਾਫੀ ਦੇਰ ਤੋਂ ਮਤਲਬ ਇਹਨਾਂ ਦਾ ਇਹੋ ਜਿਹਾ ਸਿਸਟਮ ਹੋ ਗਿਆ ਹੈ ਵੀ ਇਹਨਾਂ ਨੂੰ ਆਪਣਾ ਆਪ ਵੀ ਭੁੱਲ ਗਿਆ ਸੀ। ਕਈ ਵਾਰੀ ਜਿੱਦਾਂ ਚਾਦਰ ਹੀ ਬੰਨੀ ਤੇ ਕੁੜਤੇ ਦਾ ਪਤਾ ਹੀ ਨਹੀਂ, ਕੁੜਤਾ ਪਾਇਆ ਹੀ ਨਹੀਂ। ਜਿੱਦਾਂ ਇਹਨਾਂ ਦੇ ਉੱਤੇ ਦੁਸ਼ਟ ਆਤਮਾ ਦਾ ਪ੍ਰਭਾਵ ਹੁੰਦਾ ਸੀ, ਜਿਸ ਤਰ੍ਹਾਂ ਇਹਨਾਂ ਦੇ ਅੰਦਰ ਕੀੜੇ ਚੱਲਦੇ ਹੁੰਦੇ ਸੀ, ਮਤਲਬ ਇਹਨਾਂ ਨੇ ਕਹਿਣਾ ਮੇਰੇ ਕੀੜੇ ਚੱਲਦੇ ਸਰੀਰ ਦੇ ਵਿੱਚ, ਇਹਨਾਂ ਸਾਰਾ ਦਿਨ ਖੁਰਕਦੇ ਰਹਿਣਾ। ਤੇ ਜਿੱਦਾਂ ਡਿਪਰੈਸ਼ਨ ਦੇ ਨਾਲ ਕਹਿੰਦੇ ਹੁੰਦੇ ਸੀ ਕਿ ਬਾਹਰ ਮੈਨੂੰ ਮਤਲਬ ਚੀਜ਼ਾਂ ਆਵਾਜ਼ਾਂ ਮਾਰਦੀਆਂ, ਤੇ ਥੋੜਾ ਕਿਤੇ ਨਾ ਮੈਨੂੰ ਵੀ ਇਦਾਂ ਮੇਰੇ ਤੇ ਇਹ ਪ੍ਰਭਾਵ ਪੈਣ ਡਿਆ ਪਿਆ ਸੀ। ਕਈ ਵਾਰੀ ਮੈਨੂੰ ਲੱਗਣਾ ਆਵਾਜ਼ਾਂ ਪੈਣੀਆਂ ਵਾ, ਤੇ ਕਈ ਵਾਰੀ ਜਿਸ ਤਰ੍ਹਾਂ ਕੀੜੇ ਨਹੀਂ ਤੁਰਦੇ, ਬੰਦੇ ਦੇ ਅੰਦਰ ਕੋਈ ਚੀਜ਼ ਤੁਰਦੀ ਆ, ਹਨਾ, ਜਿਸ ਤਰ੍ਹਾਂ ਕੋਈ ਕੀੜੇ ਤੋਂ, ਜਿਸ ਤਰ੍ਹਾਂ ਕੀ ਕਰੇ ਸਰੀਰ ਦੇ ਉੱਤੇ ਆਪਣੇ ਕੀੜੀਆਂ ਤੁਰਦੀਆਂ ਹੋਣ, ਇਸ ਤਰ੍ਹਾਂ ਮੇਰੇ ਵੀ ਕਈ ਵਾਰੀ ਇਹੋ ਜਿਹੇ ਅਟੈਕ ਮਤਲਬ ਹੋਣ ਡਿਆ ਪਏ। ਜਿਸ ਤਰ੍ਹਾਂ ਇਹਨਾਂ ਨੇ ਜਿਹੜੇ ਬੈੱਡ ਤੇ ਇਹ ਬੈਠੇ ਆ, ਜੇ ਉਹ ਬੈੱਡ ਤੇ ਮੈਂ ਬਹਿ ਗਿਆ ਤੇ ਉਹ ਜਿਹੜਾ ਅਸਰ ਹੀ ਮੇਰੇ ਤੇ ਹੋਣਾ ਚਾਲੂ ਹੋ ਜਾਂਦਾ ਹੁੰਦਾ ਸੀ। ਕਾਫੀ 6-7 ਸਾਲ ਤੇ ਇਹਨਾਂ ਨੇ ਮਤਲਬ ਮੰਗ ਕੇ ਖਾਦਾ ਵਾ, ਪੈਰਾਂ 'ਚ ਜੁੱਤੀ ਨਹੀਂ ਪਾਉਣੀ, ਤੇ 7-8 ਸਾਲ ਇਹਨਾਂ ਨੇ ਪੈਰਾਂ 'ਚ ਜੁੱਤੀ ਨਹੀਂ ਪਾਈ, ਮੰਗ ਕੇ ਖਾਂਦੇ ਰਹੇ ਆ। ਉਹੀ ਮਤਲਬ ਜਿਸ ਤਰ੍ਹਾਂ ਬੁੱਧੀ ਭ੍ਰਸ਼ਟ ਹੋ ਜਾਂਦੀ ਕਿਸੇ ਦੀ। ਕੋਈ ਇਹਨਾਂ ਨੇ ਸਾਨੂੰ ਵੀ ਕਈ ਵਾਰ ਬੜੀ ਸ਼ਰਮ ਆਉਣੀ ਵੀ ਯਾਰ ਅਸੀਂ ਚੰਗੇ ਭਲੇ ਕਮਾਉਣ ਵਾਲੇ ਆ, ਇੰਨਾ ਜਵਾਨ ਆ ਤੇ ਸਾਡਾ ਪਿਓ ਮੰਗਦਾ ਫਿਰਦਾ, ਪਰ ਇਹਨਾਂ ਨੇ ਸਾਡੀ ਸੁਣਨੀ ਨਹੀਂ। ਇਹਨਾਂ ਨੇ ਮੰਗ ਕੇ ਖਾਣਾ ਵਾ। ਆਟਾ ਜਿਸ ਤਰ੍ਹਾਂ ਝੋਲੀ ਪਾ ਲੈਣੀ, ਚੱਲ ਜਾਣਾ, ਆਟਾ ਮੰਗਣਾ, ਚੌਲ, ਰੋਟੀ ਬਾਹਰੋਂ ਮੰਗ ਕੇ ਖਾਣਾ। ਮਤਲਬ ਇਸੇ ਤਰ੍ਹਾਂ ਮੇਰੇ ਫਾਦਰ ਸਾਹਿਬ ਦੇ ਕਾਫੀ ਸਾਰੇ ਸਾਲ ਇਸ ਤਰ੍ਹਾਂ ਹੀ ਪਾਗਲਪੁਣੇ ਦੇ ਵਿੱਚ ਤੇ ਮੈਂਟਲੀ ਅਪਸੈਟ ਦੇ ਹੋਣ ਦੇ ਨਾਲ ਕਾਫੀ ਸਾਲ ਇਸ ਤਰ੍ਹਾਂ ਹੀ ਇਹਨਾਂ ਦੇ ਗੁਜ਼ਰੇ। ਤੇ ਸਾਡੇ ਘਰ ਦੇ ਹਾਲਾਤ ਹੀ ਬਹੁਤ ਜ਼ਿਆਦਾ ਵਿਗੜ ਚੁੱਕੇ ਸੀ, ਕੋਈ ਵੀ ਕਾਰੋਬਾਰ 'ਚ ਬਰਕਤ ਨਹੀਂ ਸੀ। ਇਸੇ ਤਰ੍ਹਾਂ ਕਾਫੀ ਸਾਲ ਇਸ ਤਰ੍ਹਾਂ ਹੀ ਬੁਰੇ ਹਾਲਾਤਾਂ 'ਚ ਗੁਜ਼ਰਦੇ ਰਹੇ ਤੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਕਰੀਏ ਕੀ। ਕਾਫੀ ਜ਼ਿਆਦਾ ਹਾਲਾਤ ਖਰਾਬ ਹੋ ਚੁੱਕੇ ਸੀ। ਉਹਦੇ ਬਾਅਦ ਜਦੋਂ ਸਾਨੂੰ ਕਿਸੇ ਨੇ ਦੱਸਿਆ ਵੀ ਖਾਮਰਾ ਚਰਚ ਪਾਸਟਰ ਅੰਕੁਰੁੱਲਾ ਜੀ ਬਾਰੇ ਦੱਸਿਆ, ਜਦੋਂ ਪਹਿਲੀ ਵਾਰ ਅਸੀਂ ਚਰਚ ਆਏ ਤੇ ਮੈਂ ਗਵਾਹੀਆਂ ਸੁਣੀਆਂ
ਤੇ ਮਨ ਨੂੰ ਉਹ ਬਹੁਤ ਵਧੀਆ ਲੱਗਾ, ਚੰਗਾ ਲੱਗਾ ਤੇ ਅਸੀਂ ਮਤਲਬ ਦਿਨ ਵੀ ਦਿਨ ਹਾਲਾਤ ਜਿਹੜੇ ਸੁਧਰਨ ਲੱਗੇ ਤੇ ਕਾਰੋਬਾਰ 'ਚ ਬਰਕਤ ਆਉਣ ਲੱਗੀ। ਤੇ ਜਦੋਂ ਮੈਂ ਸਹੀ ਹੋ ਗਿਆ, ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਘੱਟ ਹੋਣੇ ਚਾਲੂ ਹੋ ਗਏ, ਪੈਸਾ ਤੇ ਲਾਉਣ ਦਾ ਬਰਕਤ ਪੈਣ ਡਿਆ ਪਈ, ਕਾਰੋਬਾਰ 'ਚ ਬਲੇਸਿੰਗ ਹੋ ਡਿਆ ਪਈ, ਲੜਾਈ ਝਗੜੇ ਘਟ ਗਏ ਤੇ ਪਰਮੇਸ਼ਵਰ ਨੇ ਸਾਡਾ ਲੈਵਲ ਜਿਹੜਾ ਉੱਚਾ ਚੁੱਕਿਆ। ਪਰਮੇਸ਼ਵਰ ਨੇ ਜਦੋਂ ਮੇਰੀ ਲਾਈਫ ਚੇਂਜ ਹੋਈ, ਮੇਰਾ ਵਿਸ਼ਵਾਸ ਦਾ ਲੈਵਲ ਹੋਰ ਜ਼ਿਆਦਾ ਉੱਚਾ ਹੋ ਗਿਆ ਪਰਮੇਸ਼ਵਰ ਦੇ ਵਿੱਚ। ਫਿਰ ਉਹਦੇ ਬਾਅਦ ਅਸੀਂ ਖਾਮਰਾ ਚਰਚ ਨਾਲ ਜੁੜੇ ਰਹੇ। ਫਿਰ ਸਾਨੂੰ ਜਦੋਂ ਪਤਾ ਲੱਗਾ ਪਰਮੇਸ਼ਵਰ ਦੇ ਦਾਸ ਅੰਮ੍ਰਿਤਸਰ ਵਿੱਚ ਕਰੂਸੈਡ ਕਰਨ ਆ ਰਹੇ ਨੇ ਤੇ ਫਿਰ ਸਾਨੂੰ ਬੜੀ ਖੁਸ਼ੀ ਹੋਈ ਤੇ ਸਾਨੂੰ ਵਿਸ਼ਵਾਸ ਹੋ ਗਿਆ ਪਰਮੇਸ਼ਵਰ ਦੇ ਦਾਸ ਜਿਹੜੇ ਸਾਡੇ ਅੰਮ੍ਰਿਤਸਰ ਦੇ ਵਿੱਚ ਆ ਰਹੇ ਨੇ ਤੇ ਵੱਡੀ ਹੀਲਿੰਗਾਂ ਆਉਣ ਵਾਲੀਆਂ, ਵੱਡੀ ਬਲੇਸਿੰਗ ਆਉਣ ਵਾਲੀ ਹੈ। 5 ਜੁਲਾਈ 2022 ਨੂੰ ਜਿਸ ਦਿਨ ਕਰੂਸੈਡ ਸੀ ਅੰਮ੍ਰਿਤਸਰ ਦੇ ਵਿੱਚ ਤੇ ਇਹਨਾਂ ਨੂੰ ਮੈਂ ਲੈਣ ਗਿਆ ਘਰੋਂ। ਮੈਂ ਇਹਨਾਂ ਨੂੰ ਕਿਹਾ ਚਲੋ ਚੱਲੀਏ ਆਪਾਂ ਕਰੂਸੈਡ ਤੇ ਜਾਣਾ। ਤੇ ਇਹ ਨਸ਼ੇ ਦੀ ਹਾਲਤ 'ਚ ਜੀ ਪੂਰੇ ਸ਼ਰਾਬ ਪੀਤੀ ਹੋਈ ਸੀ ਤੇ ਮੈਂ ਇਹਨਾਂ ਨੂੰ ਉਸੇ ਤਰ੍ਹਾਂ ਹੀ ਕਰੂਸੈਡ ਦੇ ਵਿੱਚ ਲੈ ਕੇ ਗਿਆ। ਉਸ ਦਿਨ ਜਦੋਂ ਪਰਮੇਸ਼ਰ ਦੇ ਦਾਸ ਫੁੱਲਪੜ ਦੇ ਉੱਤੇ ਆਏ, ਉਹਨਾਂ ਨੇ ਵਰਸ਼ਿਪ ਕਰਵਾਈ ਕਲੀਸ਼ੀਆਂ ਦੇ ਕੋਲੋਂ ਤੇ ਉਸ ਵਰਸ਼ਿਪ ਦੇ ਦੌਰਾਨ ਮੇਰੇ ਪਾਪਾ ਦਲਜੀਤ ਸਿੰਘ ਜੀ, ਇਹਨਾਂ ਨੂੰ ਪਰਮੇਸ਼ਰ ਦੇ ਆਤਮਾ ਨੇ ਛੂਹਿਆ ਤੇ ਉਹਦੇ ਬਾਅਦ ਫਿਰ ਇਹਨਾਂ ਨੇ ਨੱਚਣਾ ਚਾਲੂ ਕਰ ਦਿੱਤਾ। ਬਹੁਤ ਜ਼ਿਆਦਾ ਇਹਨਾਂ ਖੁੱਲ੍ਹ ਕੇ ਵਰਸ਼ਿਪ ਕੀਤੀ ਤੇ ਮਤਲਬ ਮੈਂ ਖੁਦ ਹੈਰਾਨ ਸੀ ਕਿ ਜਿਹੜਾ ਬੰਦਾ ਮੈਂਟਲੀ ਅਪਸੈਟ ਆ ਜਾਂ ਜਿਹੜੇ ਬੰਦੇ ਨੂੰ ਕੁਝ ਪਤਾ ਹੀ ਨਹੀਂ ਹੈਗਾ ਆਪਣੇ ਬਾਰੇ, ਉਹ ਕਿਸ ਤਰ੍ਹਾਂ ਮਤਲਬ ਤਾੜੀਆਂ ਮਾਰ ਕੇ ਨੱਚ ਕੇ ਵਰਸ਼ਿਪ ਕਰਨ ਡਿਆ। ਤੇ ਉਸ ਦੇ ਨਾਲ ਹੀ ਪਰਮੇਸ਼ਰ ਦੇ ਦਾਸ ਨੇ ਦੁਸ਼ਟ ਆਤਮਾ ਦੇ ਜਕੜਿਆਂ ਹੋਇਆਂ ਲਈ ਪ੍ਰਾਰਥਨਾ ਵੀ ਕੀਤੀ। अपने होंठ को खोलो, बोलो हर वो आत्मा जो मुझे परमेश्वर से दूर करे, हर वो आत्मा जो शैतानी है, हर वो आत्मा जो प्रभु की ओर से नहीं है, हर वो आत्मा जो परमेश्वर ने नहीं भेजा, मेरी बॉडी से, मेरे घर से, बच्चों से, फैमिली से निकल आए। कमांड करो, आउट करो, आउट करो, आउट करो, आउट करो। ਜਦੋਂ ਪਰਮੇਸ਼ਰ ਦੇ ਦਾਸ ਨੇ ਦੁਸ਼ਟ ਆਤਮਾ ਲਈ ਪ੍ਰਾਰਥਨਾ ਕੀਤੀ ਤੇ ਮੈਂ ਪੂਰੇ ਵਿਸ਼ਵਾਸ ਨਾਲ ਉਸ ਨੂੰ ਪ੍ਰਾਰਥਨਾ ਨੂੰ ਆਪਣੇ ਫਾਦਰ ਵਾਸਤੇ ਰਿਸੀਵ ਕੀਤਾ। ਮੇਰਾ ਵਿਸ਼ਵਾਸ ਸੀ ਕਿ ਜੇ ਮੈਂ ਆਪਣੇ ਫਾਦਰ ਵਾਸਤੇ ਰਿਸੀਵ ਕਰਾਂਗਾ ਤੇ ਇਹ ਜ਼ਰੂਰ ਚੰਗੇ ਹੋਣਗੇ, ਹੀਲ ਹੋਣਗੇ, ਪਰਮੇਸ਼ਰ ਇਹਨਾਂ ਜ਼ਰੂਰ ਚੰਗਾ ਕਰੇਗਾ। ਤੇ ਉਹਦੇ ਬਾਅਦ ਜਦੋਂ ਮੈਂ ਇਹਨਾਂ ਨੂੰ ਘਰ ਲੈ ਕੇ ਗਿਆ, ਦਿਨ ਵੀ ਦਿਨ ਇਹਨਾਂ ਦੇ ਹਾਲਾਤ ਜਿਹੜੇ ਸੁਧਰਨ ਲੱਗੇ, ਦਿਨ ਵੀ ਦਿਨ ਇਹ ਆਪਣੀ ਮਤਲਬ ਸੁੱਧ ਬੁੱਧ ਨੂੰ ਜਿਹੜਾ ਉਹ ਸੁੱਧ ਬੁੱਧ ਨੂੰ ਮਤਲਬ ਇਹਨਾਂ ਦੀ ਵਾਪਸ ਆਉਣ ਲੱਗੀ। ਇਹ ਆਪਣਾ ਨਹਾਉਣ ਧੋਣ ਲੱਗੇ, ਨਸ਼ਿਆਂ ਤੋਂ ਨਸ਼ੇ ਇਹਨਾਂ ਦੇ ਘਟਣ ਡਿਆ ਪਏ ਤੇ ਇਹਨਾਂ ਨੂੰ ਆਪਣਾ ਮਤਲਬ ਦੁਸ਼ਟ ਆਤਮਾ ਦੇ ਪ੍ਰਭਾਵ ਵੀ ਘਟ ਗਏ। ਜਦੋਂ ਇਹਨਾਂ ਦਾ ਹੌਲੀ ਹੌਲੀ ਜੀਵਨ ਚੇਂਜ ਹੋ ਗਿਆ ਤੇ ਇਹਨਾਂ ਨੂੰ ਖੁਦ ਮਹਿਸੂਸ ਹੋਇਆ ਵੀ ਹਾਂ ਇਹੋ ਹੀ ਸੱਚਾ ਪਰਮੇਸ਼ਰ ਹੈ, ਯਿਸੂ ਮਸੀਹ ਦੇ ਵਿੱਚ ਹੀ ਜੀਵਨ ਆ, ਹੋਰ ਕਿਤੇ ਜੀਵਨ ਨਹੀਂ ਹੈਗਾ। ਤੇ ਇਹਨਾਂ ਨੇ ਪਰਮੇਸ਼ਰ ਨੂੰ ਆਪਣਾ ਜੀਵਨ ਦਿੱਤਾ, ਉਹਦਾ ਆਪਣਾ ਉਧਾਰ ਕਰਤਾ ਸਵੀਕਾਰ ਕੀਤਾ, ਬੈਪਤਿਜ਼ਮ ਲਿਆ ਤੇ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦਿੱਤਾ। ਤੇ ਅੱਜ ਇੱਕਦਮ ਫ੍ਰੀ ਆ, ਟੋਟਲ ਫ੍ਰੀ ਆ। ਸਾਰੇ ਲੋਕ ਇਹਨਾਂ ਨੂੰ ਵੇਖ ਕੇ ਹੈਰਾਨ ਆ ਕਿ ਇਹੋ ਹੀ ਬੰਦਾ ਵਾ ਜਿਹੜਾ ਮਰਨ ਦੇ ਤਦਾਰ ਤੇ ਪਿਆ ਸੀ, ਜਿਹਨੂੰ ਆਪਣੀ ਸੁੱਧ ਬੁੱਧ ਕੋਈ ਨਹੀਂ। ਹੁਣ ਮੇਰੇ ਫਾਦਰ ਤਾਂਤਰਿਕ ਦੇ ਕੰਮਾਂ ਤੋਂ ਬਿਲਕੁਲ ਆਜ਼ਾਦ ਆ। ਹੁਣ ਕੋਈ ਪਾਗਲਪਨ ਦਾ ਅਟੈਕ ਨਹੀਂ ਇਹਨਾਂ ਤੇ ਹੁੰਦਾ, ਕੋਈ ਜਾਦੂ ਟੂਣੇ ਦਾ ਅਟੈਕ ਨਹੀਂ ਹੁੰਦਾ। ਹੁਣ ਕੋਈ ਕਿਸੇ ਦਾ ਝਾੜੂ ਫੂਕਾ ਨਹੀਂ ਕਰਦੇ, ਕੋਈ ਤਾਂਤਰਿਕ ਵਾਲਾ ਕੰਮ ਨਹੀਂ ਕਰਦੇ। ਜੇ ਕੋਈ ਇਹਨਾਂ ਕੋਲ ਆਉਂਦਾ ਵੀ ਆ ਤੇ ਉਹਨੂੰ ਇਹ ਪਰਮੇਸ਼ਰ ਦਾ ਸੁਸਮਾਚਾਰ ਦਿੰਦੇ ਆ ਕਿ ਪਰਮੇਸ਼ਰ ਯਿਸੂ ਹੀ ਸੱਚਾ ਪਰਮੇਸ਼ਰ ਆ, ਪਰਮੇਸ਼ਰ ਦੇ ਵਿੱਚ ਆਪਣਾ ਜੀਵਨ ਦਿਓ, ਪਰਮੇਸ਼ਰ ਹੀ ਸੱਚਾ ਉਧਾਰ ਕਰਤਾ ਵਾ। ਸੋ ਪਰਮੇਸ਼ਰ ਹੀ ਜੀਵਨ ਦੇਣ ਵਾਲਾ, ਜੀਵਨ ਬਦਲਣ ਵਾਲਾ ਸੱਚਾ ਪਰਮੇਸ਼ਰ, ਉਹ ਸਰਵਸ਼ਕਤੀਮਾਨ ਪਰਮੇਸ਼ਰ ਆ ਯਿਸੂ ਮਸੀਹ। ਜਿਸ ਤਰ੍ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਹੈ ਕਿ ਮੈਂ ਜਗਤ ਦੀ ਜੋਤੀ ਹਾਂ, ਜਿਹੜਾ ਮੇਰੇ ਪਿੱਛੇ ਚੱਲੇਗਾ ਉਹ ਹਨੇਰੇ ਵਿੱਚ ਨਹੀਂ ਰਹੇਗਾ। ਇਸੇ ਤਰ੍ਹਾਂ ਹੀ ਉਹ ਵਚਨ ਮੇਰੇ ਜੀਵਨ ਦੇ ਵਿੱਚ ਪੂਰਾ ਹੋਇਆ। ਮੈਂ ਇਸੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲੇ, ਉਹਨੇ ਸਾਡੇ ਜੀਵਨ ਨੂੰ ਹਨੇਰੇ ਚੋਂ ਕੱਢ ਕੇ ਚਾਨਣ ਦੇ ਵਿੱਚ ਲੈ ਕੇ ਆਂਦਾ ਤੇ ਸਾਨੂੰ ਰੋਸ਼ਨੀ ਦੇ ਵਿੱਚ ਲਿਆਂਦਾ। ਮੈਂ ਆਪਣੇ ਫਾਦਰ ਸਾਹਿਬ ਦੇ ਇਸ ਵੱਡੇ ਛੁਟਕਾਰੇ ਦੇ ਲਈ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਪਰਮੇਸ਼ਰ ਦੇ ਦਾਸ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਸਾਰਿਆਂ ਨੂੰ ਜੈ ਮਸੀਹ। तारीफ करें सब जोर से तालियों के साथ। सब कलीसिया हर एक जोर से अपने हाथों को उठा के ताली बजाएं परमेश्वर के लिए, हर एक साथ। मैंने तेरे हाथ को बढ़ते